ਅੰਮ੍ਰਿਤਸਰ ਦੇ ਨਈਅਰ ਹਸਪਤਾਲ ਦੇ ਡਾਕਟਰ ਸ਼ਸ਼ੀ ਭੂਸ਼ਣ ਨਈਅਰ ਅਤੇ ਡਾਕਟਰ ਨਵੀਨ ਕੁਮਾਰ ਡੋਗਰਾ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਇਸ ਦੌਰਾਨ ਕੋਰੋਨਾ ਵਾਇਰਸ ਤੋਂ ਬਚਣ ਲਈ ਕੁਝ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ। ਨਾਲ ਹੀ ਉਹਨਾਂ ਆਖਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਅਤੀ ਜ਼ਰੂਰੀ ਹਨ। ਅੰਮ੍ਰਿਤਸਰ ਤੋਂ ਪੱਤਰਕਾਰ ਸਾਹਿਲ ਬੇਰੀ ਦੀ ਰਿਪੋਰਟ। मैं सूबेदार गुरबचन सिंह एक्स आर्मी। मैं अपने हार्ट विखाने वास्ते इतने नियर हॉस्पिटल आया और मेरा इतने हार्ट का जोड़ा प्रोडक्शन है ठीक बड़े तरीके सोहने तरीके चल रहा और मेरी हुण एंजियोग्राफी होनी है और वो देखो परमात्मा की कर रहा है। किस तरह का ट्रीटमेंट चल रहा है जी इत्थे? बहुत वधिया चल रहा है। किस तरह का सहयोग दिता जा रहा है? बहुत वधिया हेल्प है। उन्होंने सानू बाथरूम जाने वास्ते अपने चप्पलों भी ला के दे रहे। इस तो बाद हो भी सकता। बाबा जी स्टाफ इत्थों दा किहो जिहा तुहानूं लगा? बहुत वधिया अफसर से तुहानूं टाइम से सारे प्रबंध है? बिल्कुल मेडिसिन मिलती टाइम से? बिल्कुल ठीक। मुश्किल आ रही होवे कोई प्रॉब्लम नहीं। ते छुट्टी दा कदों कहंदे जी कदों तक छुट्टी मिलेगी? छुट्टी तो मैं कल आया ही जी। देखो मेरा हूँ डॉक्टर साहब जिन्हों पूरा मेरा ट्रीटमेंट होएगा उस तो बाद इन्होंने कहना कि छुट्टी तुम जाओ। कितना महसूस करदे कि गेला नाल? मैं वेरी गुड कर रहा जी। मेरे हॉस्पिटल बारे थोड़ा कहना चाहोगे कुछ? हॉस्पिटल वेरी गुड है जी। सफाई बहुत बढ़िया, स्टाफ बहुत चंगा है, डॉक्टर साहब और भी चंगे ने। ठीक है जी। और इस तो इलावा जोड़ा है कि साने हर तरीके नाल खाण पीण का भी बहुत ध्यान रखते हैं। तबीयत च सुधार आया? हाँ जी बहुत वधिया हो गया। तबीयत अगे नालों जी बैटर है। ठीक है बाबा जी। निर्मल कौर। काहदा ट्रीटमेंट तुहाडा चलदा पिया? मेरा हार्ट का दर्द होਣ ਡਈ ਤੇ कित्थों दे रहण वाले? ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ। ਇੱਥੇ ਪਿੰਡ ਸਾਇੰਸ ਰਾਮ। किन्ने दिन हो गया तुसीं इत्थे एडमिट हो? ਅਸੀਂ ਪਰਸੋਂ ਤੋਂ ਐਡਮਿਟ ਹਾਂ। इलाज सही हुंदा पिया? ਹਾਂਜੀ ਇਲਾਜ ਬੜਾ ਵਧੀਆ ਤੇ ਕਰ ਡਾਕਟਰ ਵਗੈਰਾ ਤੁਹਾਡੀ ਕੇਅਰ ਕਰਦੇ ਨੇ? ਹਾਂਜੀ। ਪ੍ਰੋਪਰ ਤੁਹਾਨੂੰ ਦਵਾਈ ਵਗੈਰਾ ਤੁਹਾਨੂੰ ਟਾਈਮ ਤੇ ਦੇ ਹਾਂਜੀ ਰਹੇ ਨੇ? ਪੂਰੀ ਕੇਅਰ ਕਰਦੇ ਬਹੁਤ ਹਸਪੀਟਲ ਸਟਾਫ ਕਿਹੋ ਜਿਹਾ ਥੋੜਾ? ਬਹੁਤ ਵਧੀਆ ਹੈ। टाइम से मेडिसिन मिलती भी? ਹਾਂਜੀ ਬਹੁਤ ਸਭ ਵਧੀਆ ਚੀਜ਼ਾਂ? ਬਹੁਤ ਵਧੀਆ इंजेक्शन इंजेक्शन सब कुछ? ਹਾਂਜੀ ਬਹੁਤ ਪ੍ਰੇਮ ਪਿਆਰ ਨਾਲ ਹੀ ਦਿੰਦੇ ਕੋਈ ਜੀ। ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਤਾਂ ਨਹੀਂ ਆਈ? ਨਹੀਂ ਨਹੀਂ ਕੋਈ ਮੁਸ਼ਕਲ ਨਹੀਂ। ਤੁਸੀਂ ਹਸਪੀਟਲ ਬਾਰੇ ਕੀ ਕਹਿਣਾ ਚਾਹੁੰਦੇ ਹੋ, ਫੈਸਿਲਿਟੀਆਂ ਬਾਰੇ? ਇਹ ਬੜੇ ਵਧੀਆ ਵਾ ਬਹੁਤ ਡਾਕਟਰ। ਕਿਉਂ ਵੀ ਇੱਕ ਰੱਬ ਹੁੰਦੇ ਆ। ਹਸਪੀਟਲ ਦਾ ਨਾਮ ਕੀ ਹੈ? ਹਸਪੀਟਲ ਦਾ ਨਾਮ ਮੈਂ ਨਹੀਂ ਇੰਨਾ ਮੇਰੇ ਪੱਤੇ ਹੁਣ ਤੁਸੀਂ ਜਿਸ ਤਰ੍ਹਾਂ ਮਹਿਸੂਸ ਕਰਦੇ ਪਏ ਆਪਣੇ ਨਾਲ? ਅੱਗੇ ਨਾ ਮੈਂ ਠੀਕ ਹੈ। डॉक्टर शशि नैयर। ਠੀਕ ਹੈ ਸਰ ਹਸਪੀਟਲ ਦੇ ਬਾਰੇ ਕੁਝ? हाँ हॉस्पिटल 1999 ਦੇ ਸ਼ੁਰੂ ਹੋਇਆ ਜੀ। 10 ਬੈੱਡ ਦਾ ਹਸਪੀਟਲ ਛੋਟਾ ਤੇ ਹੌਲੀ ਹੌਲੀ ਕਰਦੇ ਅਸੀਂ ਹੁਣ ਇਸ ਵੇਲੇ 70-80 ਬੈੱਡ 80 ਬੈੱਡ ਦੇ ਕਰੀਬ ਹੈ ਗਿਆ ਤੇ ਇਲਾਜ ਜਿਹੜਾ ਦਿਲ ਦੀ ਬਿਮਾਰੀਆਂ ਦਾ, ਦਿਮਾਗ ਦੀ ਬਿਮਾਰੀਆਂ ਦਾ, ਹੱਡੀਆਂ ਦਾ, ਹਰ ਤਰ੍ਹਾਂ ਦਾ, ਮਤਲਬ ਡਾਇਲਿਸਿਸ ਵੀ ਹੈ, ਸਭ ਕੁਝ ਸਾਡੇ ਕੋਲ ਸਾਰੀ ਫੈਸਿਲਿਟੀਜ਼ ਹੈਗੀਆਂ। ਹਰ ਤਰ੍ਹਾਂ ਦੇ ਡਾਕਟਰ ਹੈਗੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਪਹਿਲਾ ਕਾਰਡਿਕ ਸੈਂਟਰ ਸੀਗਾ ਜਿੱਥੇ ਦਿਲ ਦਾ ਕੈਥ ਲੈਬ ਲੱਗੀ, ਬਾਇਓ ਐਂਜੀਓਗ੍ਰਾਫੀ ਹੋ ਰਹੀ ਸੀਗੀ, ਬਾਈਪਾਸ ਸਰਜਰੀ ਪਹਿਲੀਆਂ ਇੱਥੇ ਸਾਡੇ ਹਸਪਤਾਲ 'ਚ ਹੋਈ 2002 ਦੇ ਵਿੱਚ। ਤੇ ਜਿਹੜੇ ਪੇਸ਼ੈਂਟ ਆ ਰਹੇ ਨੇ ਉਹਨਾਂ ਨੂੰ ਕੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਹਸਪੀਟਲ ਵੱਲੋਂ? ਫੈਸਿਲਿਟੀ ਜੋ ਹਸਪੀਟਲ ਦੇ ਵਿੱਚ ਚਾਹੀਦਾ ਉਹਨਾਂ ਨੂੰ ਸਭ ਕੁਝ ਮਿਲਦਾ ਜੀ। ਉਹਨਾਂ ਨੂੰ ਅੱਛਾ ਕਮਰਾ ਮਿਲਦਾ ਹੈ, ਡਾਇਟ ਦਿੱਤੀ ਜਾਂਦੀ ਹੈ, ਬਾਕੀ ਮੈਡੀਕਲ ਅਫਸਰ ਮੈਡੀਕਲ ਕੇਅਰ ਦਿੱਤੀ ਜਾਂਦੀ ਹੈ, ਨਰਸਿੰਗ ਕੇਅਰ ਦਿੱਤੀ ਜਾਂਦੀ ਹੈ। ਸਰ ਜਿਹੜੇ ਕੋਵਿਡ ਦੇ ਪੇਸ਼ੈਂਟ ਆਉਂਦੇ ਆ ਉਹਨਾਂ ਬਾਰੇ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਹੈਗੀਆਂ? ਅਸੀਂ ਕੋਵਿਡ ਨਹੀਂ ਲੈ ਰਹੇ। ਸਰ ਜੀ ਹੈਲਥ ਕਾਰਡ ਆ ਜਿਵੇਂ ਹੈਗਾ ਜਿਹੜਾ ਆਪਣਾ ਮੈਡੀਕਲ ਜਿਹੜਾ ਉਹ ਲੱਗੇ ਹੁੰਦੇ ਮੈਡੀਕਲ ਜਿਹੜਾ ਹਾਂਜੀ ਹੈਲਥ ਕਾਰਡ ਲੱਗੇ ਹੁੰਦੇ ਨੇ ਉਹ ਐਕਸੈਪਟ ਹੁੰਦਾ ਇੱਥੇ? ਹਾਂਜੀ ਹਾਂਜੀ। ਆਯੁਸ਼ਮਾਨ ਜਿਹੜਾ ਕਾਰਡ ਆਯੁਸ਼ਮਾਨ ਹਾਲੇ ਨਹੀਂ ਜੀ। ਆਯੁਸ਼ਮਾਨ ਅਸੀਂ ਅਪਲਾਈ ਕੀਤਾ ਹੈ, ਹਾਂਜੀ। ਹਾਲੇ ਨਹੀਂ ਅਸੀਂ ਲੈ ਰਹੇ। ਸਰ ਆਪਣੇ ਇੰਸ਼ੋਰੈਂਸ ਕੰਪਨੀ ਕੈਸ਼ਲੈਸ ਇੰਸ਼ੋਰੈਂਸਿਸ ਸਾਡੇ ਕੋਲ ਸਾਰੀਆਂ ਨੇ। ਆਲਮੋਸਟ 99.9% ਕੈਸ਼ਲੈਸ ਇੰਸ਼ੋਰੈਂਸਿਸ ਸਾਡੇ ਕੋਲ ਨੇ। ਆਯੁਸ਼ਮਾਨ ਸਾਡਾ ਇਸ ਵੀਕ ਦੇ ਜਿਹੜਾ ਉਹ ਲਾਸਟ ਤੱਕ ਉਹ ਵੀ ਹੋ ਜਾਏਗਾ, ਅਸੀਂ ਉਹ ਵੀ ਸਟਾਰਟ ਕਰਾਂਗੇ। ਸਰ ਆਪਣੇ ਹਸਪੀਟਲ ਦੀ ਐਂਬੂਲੈਂਸ ਕਿੰਨੀਆਂ ਕਿ ਆਪਣੀ? ਸਾਡੀਆਂ 3 ਐਂਬੂਲੈਂਸ ਨੇ ਇਸ ਲਈ, ਠੀਕ ਹੈ। ਚੌਥੀ ਸਾਡੀ ਜਿਹੜੀ ਹੈ ਆ ਰਹੀ ਹੈ। ਤੇ ਇੱਕ ਵੱਡੀ ਐਂਬੂਲੈਂਸ ਹੈ ਸਾਡੀ ਜਿਹੜੀ ਜਿਹਨੂੰ ਆਈਸੀਯੂ ਔਨ ਵੀਲਸ ਕਹਿੰਦੇ, ਉਹ ਵੈਂਟੀਲੇਟਰ ਵਾਲੀ ਐਂਬੂਲੈਂਸ ਖਾਸ ਹੁੰਦੀ ਹੈ। ਬਹੁਤ ਸੀਰੀਅਸ ਪੇਸ਼ੈਂਟ ਨੂੰ ਸ਼ਿਫਟ ਕਰਨ ਵਾਸਤੇ ਉਹ ਯੂਟਿਲਾਈਜ਼ ਕੀਤੀ ਜਾਂਦੀ ਹੈ। ਡਾਕਟਰ ਸਾਹਿਬ ਸਟਾਫ ਦੇ ਵਿੱਚ ਵੀ ਕਿਹੜੇ ਜਿਹੜੇ ਹੈਗੇ ਮੈਂਬਰ, ਕਿੰਨੇ ਡਾਕਟਰ ਹੈ ਜਿਹੜੀ ਟੀਮ ਹੈ ਜਿਹੜੀ ਸਾਰੀ ਕੰਮ ਕਰ ਰਹੀ ਹੈ? ਦੇਖੋ ਜੀ ਸਾਡੇ 18 ਡਾਕਟਰ ਹੈਗੇ ਨੇ ਜਿਹੜੇ ਸਾਡੇ ਫੁੱਲ ਟਾਈਮ ਨੇ ਚੱਲਦੇ, ਬਾਕੀ ਇੰਨੇ ਕੀ ਹੈ ਜਿਹੜੇ ਸਾਡੇ ਵਿਜ਼ਿਟਿੰਗ ਡਾਕਟਰਸ ਨੇ ਔਰ ਹਰ ਸਪੈਸ਼ਲਿਟੀ ਦਾ ਡਾਕਟਰ ਸਾਡੇ ਕੋਲ।
ਹਾਰਟ ਦਾ ਜਿਵੇਂ ਡਾਕਟਰ ਸਾਹਿਬ ਗੱਲ ਕਰੀਏ ਕਿਡਨੀ ਦੇ ਆ ਹਾਂ ਤੇ ਉਹ ਕਿਸ ਤਰ੍ਹਾਂ ਫਿਰ ਸਾਰਾ ਜਿਹੜਾ ਕੋਈ ਇਹਨਾਂ ਦੇ ਵਿੱਚੋਂ ਕੇਸ ਕੋਈ ਸੋਲਵ ਵੀ ਹੋਏ ਸਕਸੈਸਫੁਲ ਵੀ ਹੋਏ ਜਾਂ ਡਾਕਟਰ ਸਾਹਿਬ ਬੈਠੇ ਨੇ ਹਾਰਟ ਦੇਖੋ ਪਿਛਲੇ ਕਰੀਬ ਜਿਸ ਤਰ੍ਹਾਂ ਸਰ ਨੇ ਦੱਸਿਆ ਆਲਮੋਸਟ 20 ਇਅਰਸ ਤੋਂ ਕਾਰਡਿਕ ਸਰਵਿਸਿਜ਼ ਇਸ ਹਸਪੀਟਲ 'ਚ ਅਵੇਲੇਬਲ ਆ ਟੂ ਸਟਾਰਟ ਵਿਦ 1989 ਦੇ ਵਿੱਚ ਜਿਹੜਾ ਸਰ ਨੇ ਸਟਾਰਟ ਕੀਤਾ ਸੀਗਾ ਬਿਲਡ ਅਪ ਕਰਦੇ ਕਰਦੇ ਜਿਹੜਾ 2002 ਦੇ ਵਿੱਚ ਕਾਰਡਿਕ ਸੈਟਅਪ ਫਸਟ ਕਾਰਡਿਕ ਸੈਟਅਪ ਇਨ ਅੰਮ੍ਰਿਤਸਰ ਨਈਅਰ ਹਸਪੀਟਲ 'ਚ ਲੱਗਿਆ ਸੀਗਾ। ਸੋ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ OPD ਦੇ ਵਿੱਚ ਟ੍ਰੀਟਮੈਂਟ ਹੋਇਆ ਹੈ। ਬਹੁਤ ਸਾਰੇ ਪ੍ਰੋਸੀਜਰਸ ਜਿਹੜੇ ਆ ਜਿਹਦੇ ਵਿੱਚ ਐਂਜੀਓਗ੍ਰਾਫੀ ਐਂਜੀਓਪਲਾਸਟੀ ਬਾਈਪਾਸ ਇਸ ਡਿਪਾਰਟਮੈਂਟ ਦੇ ਥਰੂ ਅਲੱਗ-ਅਲੱਗ ਡਾਕਟਰ ਸਾਹਿਬਾਨ ਦੀ ਜਿਹੜੀ ਨਿਗਰਾਨੀ ਦੇ ਵਿੱਚ ਹੋਇਆ। ਹੁਣ ਜਿਹੜਾ ਕਾਰਡੀਓਲੋਜੀ ਡਿਪਾਰਟਮੈਂਟ ਮੇਰੇ ਅੰਡਰ ਮੈਂ ਡਾਕਟਰ ਨਵੀਨ ਕੁਮਾਰ ਡੋਗਰਾ ਸਰ ਦੀ ਜਿਹੜੀ ਰਹਿਨੁਮਾਈ ਦੇ ਅੰਡਰ ਅਸੀਂ ਜਿਹੜਾ ਇਹ ਕਾਰਡੀਓਲੋਜੀ ਡਿਪਾਰਟਮੈਂਟ ਚਲਾ ਰਹੇ ਹਾਂ। ਸੋ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਲੱਖਾਂ ਮਰੀਜ਼ OPD 'ਚ ਟ੍ਰੀਟਮੈਂਟ ਕਰਾ ਕੇ ਗਏ ਆ, ਹਜ਼ਾਰਾਂ ਮਰੀਜ਼ ਜਿਹੜੇ ਆ ਉਹ ਐਂਜੀਓਗ੍ਰਾਫੀ ਕਰਾ ਕੇ ਗਏ ਆ, ਹਜ਼ਾਰਾਂ ਮਰੀਜ਼ਾਂ ਦੇ ਸਟੈਂਟ ਪਏ ਆ, ਹਜ਼ਾਰਾਂ ਮਰੀਜ਼ਾਂ ਦੀ ਜਿਹੜੀ ਆ ਬਾਈਪਾਸ ਹੋਈ ਆ। ਕਹਿਣ ਦਾ ਮੇਰਾ ਮੁੱਦਾ ਇਹ ਹੈ ਵੀ ਜੋ ਲੇਟੈਸਟ ਸਰਵਿਸਿਜ਼ ਆ ਉਹ ਵੀ ਸਾਡੇ ਕੋਲ ਅਵੇਲੇਬਲ ਆ ਔਰ ਟੂ ਸਟਾਰਟ ਵਿਦ ਵੀ ਵਰ ਦੀ ਪਾਇਨੀਅਰਸ ਇਨ ਅੰਮ੍ਰਿਤਸਰ ਟੂ ਸਟਾਰਟ ਦੀ ਕਾਰਡੀਓਲੋਜੀ ਸਰਵਿਸਿਜ਼। ਡਾਕਟਰ ਸਾਹਿਬ ਤੁਸੀਂ ਕੀ ਆਪਣੇ ਵੱਲੋਂ ਜਿਹੜਾ ਨਈਅਰ ਹਸਪੀਟਲ ਵੱਲੋਂ ਲੋਕਾਂ ਨੂੰ ਤੁਸੀਂ ਪਬਲਿਕ ਨੂੰ ਕੋਈ ਮੈਸੇਜ ਜਿਹੜਾ ਦੇਖੋ ਮੈਂ ਤੇ ਇਹ ਕਹੂੰਗਾ ਵੀ ਕਿਸੇ ਵੀ ਕਿਸਮ ਦੀ ਕੋਈ ਵੀ ਐਮਰਜੈਂਸੀ ਹੈ ਇਹ ਹਸਪੀਟਲ ਦੇ ਵਿੱਚ ਖਾਸੀਅਤ ਇਹ ਹੈ ਵੀ ਇਹ ਬਿਲਕੁਲ ਸੈਂਟਰ ਆਫ ਸਿਟੀ ਦੇ ਵਿੱਚ ਹੈ। ਕਿਤੋਂ ਵੀ ਕੋਈ ਪੇਸ਼ੈਂਟ ਨੂੰ ਅਗਰ ਕੋਈ ਪ੍ਰੋਬਲਮ ਹੁੰਦੀ ਹੈ ਸਟਾਰਟਿੰਗ ਫਰੋਮ ਈਸਟ ਵੈਸਟ ਨਾਰਥ ਸਾਊਥ ਇਹ ਸੈਂਟਰਲੀ ਲੋਕੇਟਡ ਹੈ, ਈਜ਼ਲੀ ਅਪਰੋਚੇਬਲ ਹੈ। ICU ਸਾਡੇ ਕੋਲ ਹੈ, ਮਾਡਰਨ OT ਸਾਡੇ ਕੋਲ ਹੈ, ਰੂਮਸ ਬੜੇ ਅੱਛੇ ਹੈ, ਐਂਬੂਲੈਂਸ ਦੀ ਸੁਵਿਧਾਵਾਂ ਅਵੇਲੇਬਲ ਹੈ, 24 ਆਰ ਫਾਰਮੇਸੀ ਅਵੇਲੇਬਲ ਹੈ, ਡਾਕਟਰਸ ਦੀ ਟੀਮ ਪੂਰੀ ਜਿਹੜੀ ਉਹ ਟੇਕ ਕੇਅਰ ਕਰਦੀ ਹੈ। ਕੋਈ ਵੀ ਐਮਰਜੈਂਸੀ ਸਟਾਰਟਿੰਗ ਫਰੋਮ ਹਾਰਟ ਆਰਥੋ ਟਰਾਮਾ ਨਿਊਰੋਲੋਜੀ ਨਿਊਰੋ ਸਰਜਰੀ ਪਲਾਸਟਿਕ ਸਰਜਰੀ ਜਾਂ ਐਨੀ ਟਾਈਪ ਆਫ ਜਿਹੜੀ ਆ ਕੋਈ ਵੀ ਐਮਰਜੈਂਸੀ ਆ ਵੀ ਆਰ trained enough we are equipped enough to handle them। ਸੋ ਸਾਡੇ ਕੋਲ ਕੋਈ ਵੀ ਅਗਰ ਪੇਸ਼ੈਂਟ ਆਂਦਾ ਅਸੀਂ ਉਹਦੀ ਪੂਰੀ ਤਹਿ ਦਿਲੋਂ ਜਿਹੜੀ ਆ ਉਹ ਸੇਵਾ ਕਰਾਂਗੇ। ਸਰ ਇੱਕ ਕੁਐਸਚਨ ਹੋ ਰਿਹਾ ਕਿ ਜਿਸ ਤਰ੍ਹਾਂ ਕਹਿੰਦੇ ਕਿ ਹਾਰਟ ਦੀ ਕਿਸੇ ਨੂੰ ਪ੍ਰੋਬਲਮ ਹੁੰਦੀ ਜਾਂ ਹਾਰਟ ਅਟੈਕ ਹੁੰਦਾ ਹੈ ਤਾਂ ਜਦੋਂ ਕਹਿੰਦੇ ਨੇ ਕਿ ਖੰਘ ਦੇ ਨਾਲ ਉਹ ਕਾਫੀ ਰਿਲੀਫ ਮਿਲਦੀ ਹੈ, ਇਹ ਕਿੰਨੀ ਕੁ ਸੱਚਾਈ ਇਹਦੇ ਵਿੱਚ? ਦੇਖੋ ਇਹ ਬੇਸਿਕਲੀ ਜਿਹੜਾ ਇਹ ਦਿਸ ਇਜ਼ ਐਨ ਇੰਟਰਨੈਟ ਰਿਊਮਰ। ਅਸੀਂ ਕਿਉਂਕਿ ਹੁਣ ਮਾਡਰਨ ਗੈਜਟਸ ਨਾਲ ਘਿਰੇ ਹੁੰਦੇ ਆ, ਮੋਬਾਈਲ ਹੈ, ਲੈਪਟਾਪ ਹੈ, ਇੰਟਰਨੈਟ ਹੈ, ਇਹ ਜਿਹੜੀ ਇਹ ਧਾਰਨਾ ਸਾਡੀ ਕੁਛ ਜਿਹੜੀ ਹੈ ਉਹ ਕੈਥ ਲੈਬ ਜਦੋਂ ਅਸੀਂ ਪ੍ਰੋਸੀਜਰ ਕਰਦੇ ਹਾਂ ਜਦੋਂ ਅਸੀਂ ਮੋਨੀਟਰ ਤੇ ਪੇਸ਼ੈਂਟ ਨੂੰ ਰੱਖਿਆ ਹੁੰਦਾ ਪੇਸ਼ੈਂਟ ਦੀ ECG ਸਾਡੇ ਕੋਲ ਆ ਰਹੀ ਹੁੰਦੀ ਆ ਅਗਰ ਉਸ ਦੌਰਾਨ ਕੋਈ ਹਾਰਟ ਅਟੈਕ ਵਾਲਾ ਮਰੀਜ਼ ਆ ਜਿਹਨੂੰ ਅਰਿਦਮੀਆ ਹੁੰਦਾ ਜਿਹੜੀ ਡੈਥ ਦਾ ਕਾਰਨ ਹੁੰਦਾ ਹਾਰਟ ਅਟੈਕ ਦੇ ਬਾਅਦ ਡੈਥ ਦਾ ਕਾਰਨ ਹੁੰਦਾ ਉਹ ਐਸਾ ਕਾਰਨ ਹੁੰਦਾ ਵੀ ਜਿਹੜੀ ਸਾਡੀ ਧੜਕਣ ਹੈ ਉਹ ਅਚਨਚੇਤ 200+ ਹੋ ਜਾਂਦੀ ਹੈ ਔਰ ਇਰੈਟਿਕ ਹੋ ਜਾਂਦੀ ਹੈ। ਮਤਲਬ ਉਹ ਕਦੀ ਇੰਨੀ ਫਾਸਟ ਹੋ ਜਾਂਦੀ ਹੈ ਕਦੀ ਸਲੋ ਹੋ ਜਾਂਦੀ ਹੈ, ਉਹਨੂੰ ਕਹਿੰਦੇ ਕਿਓਟਿਕ ਰਿਦਮ ਜਾਂ ਵੈਂਟ੍ਰਿਕਲ ਫਿਬ੍ਰਿਲੇਸ਼ਨ ਰਿਦਮ ਜਿਹਨੂੰ ਕੋਈ ਕਾਊਂਟ ਕਰਨਾ ਵੀ ਮੁਸ਼ਕਲ ਹੁੰਦਾ। ਉਸ ਦੌਰਾਨ ਅਗਰ ਸਾਡੀ ਅੱਖਾਂ ਦੇ ਸਾਹਮਣੇ ਮਰੀਜ਼ ਆ ਅਸੀਂ ਉਹਨੂੰ ਕਹਿੰਦੇ ਆ ਵੀ ਕਫ ਕਰ ਖਾਂਸੀ ਕਰ ਕਿਉਂਕਿ ਜਦੋਂ ਮਰੀਜ਼ ਖਾਂਸੀ ਕਰਦਾ ਨਾ ਤੇ ਉਹਦਾ ਜਿਹੜਾ ਪੈਰੀਫਰਲ ਬਲੱਡ ਜਿਹੜਾ ਉਹ ਲੰਗਸ ਨੂੰ ਮਿਲਦਾ ਸੋ ਹਾਰਟ ਜਿਹੜਾ ਉਹ ਥੋੜਾ ਪੰਪ ਕਰਨ ਲਈ ਬਿਹਤਰ ਹੋ ਜਾਂਦਾ। ਠੀਕ ਹੈ, ਉਹਦੇ ਨਾਲ ਅਗਰ ਪੇਸ਼ੈਂਟ ਦੀ ਜਿਹੜੀ ਹੈ ਸਮਝੋ ਹੋਸ਼ ਬਰਕਰਾਰ ਹੈ ਇੱਕ ਉਹ ਖਾਂਸੀ ਕਰ ਰਿਹਾ ਹੈ ਦੂਸਰਾ ਅਸੀਂ CPR ਕਰਦੇ ਹਾਂ ਤੁਸੀਂ ਸੁਣਿਆ ਹੀ ਹੋਗਾ ਕਾਰਡੀਓ ਪਲਮਨਰੀ ਰਿਸਸਸੀਟੇਸ਼ਨ ਆਰਟੀਫਿਸ਼ਲ ਮਸਾਜ ਜਦੋਂ ਅਸੀਂ ਆਰਟੀਫਿਸ਼ਲ ਮਸਾਜ ਪਲੱਸ ਪੇਸ਼ੈਂਟ ਹੋਸ਼ ਦੇ ਵਿੱਚ ਔਰ ਖਾਂਸੀ ਕਰ ਰਿਹਾ ਜਿਹੜਾ ਸਾਡਾ ਬਲੱਡ ਪ੍ਰੈਸ਼ਰ ਹੈ ਜੇ ਕੱਲੀ ਅਸੀਂ ਮਸਾਜ ਕਰਦੇ ਹਾਂ ਤੇ ਕਰੀਬ 70-75 ਤਾਂ ਬਣਦਾ। ਜੇ ਹਾਰਟ ਪੰਪ ਕਰੇਗਾ ਤੇ ਬਲੱਡ ਪ੍ਰੈਸ਼ਰ ਬਣੇਗਾ, ਜੇ ਹਾਰਟ ਪੰਪ ਨਹੀਂ ਕਰ ਰਿਹਾ ਤੇ ਬਲੱਡ ਪ੍ਰੈਸ਼ਰ ਜ਼ੀਰੋ ਹੈ, ਬ੍ਰੇਨ ਦੀ ਆਕਸੀਜਨ ਖਤਮ ਹੋ ਗਈ। ਸੋ ਜਦੋਂ ਅਸੀਂ ਇਹਨੂੰ CPR ਕਰਦੇ ਹਾਂ ਆਰਟੀਫਿਸ਼ਲ ਮਸਾਜ ਕਰਦੇ ਹਾਂ ਪ੍ਰੈਸ਼ਰ 70-80 ਦਾ ਕਰੀਬ ਆਉਣਾ ਸ਼ੁਰੂ ਹੋ ਜਾਂਦਾ। ਅਗਰ ਉਹਦੇ ਨਾਲ ਅਸੀਂ ਕਫ ਜੋੜ ਦਿੰਦੇ ਹਾਂ ਉਹ ਵੀ ਤਾਂ ਜੇ ਪੇਸ਼ੈਂਟ ਕੌਨਸ਼ੀਅਸ ਹੈ ਠੀਕ ਹੈ ਨਾ ਉਹ ਖਾਂਸੀ ਕਰੇਗਾ ਤੇ ਉਹ ਬਲੱਡ ਪ੍ਰੈਸ਼ਰ ਹੋਰ ਵਧੇਗਾ 120-30। ਬਟ ਇਹ ਚੀਜ਼ਾਂ ਬਾਹਰ ਅਗਰ ਰੱਬ ਨਾ ਕਰੇ ਅਨਫੋਰਚੂਨੇਟਲੀ ਕਿਸੇ ਸੜਕ ਤੇ ਕਿਸੇ ਨੂੰ ਹੋ ਜਾਂਦਾ ਔਰ ਪੇਸ਼ੈਂਟ ਬੇਹੋਸ਼ ਹੈ ਕਿਉਂਕਿ 1 ਸੈਕਿੰਡ 2 ਸੈਕਿੰਡ ਦਾ ਹੀ ਵਕਫਾ ਹੁੰਦਾ ਉੱਥੇ ਇਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ। ਉੱਥੇ ਜੋ ਸਾਡੀਆਂ ਗਾਈਡਲਾਈਨਸ ਨੇ ਅਮਰੀਕਨ ਹਾਰਟ ਐਸੋਸੀਏਸ਼ਨ ਦੀ ਗਾਈਡਲਾਈਨਸ ਹੈ ਜਾਂ ਯੂਰਪ ਦੀਆਂ ਗਾਈਡਲਾਈਨਸ ਹੈ ਉਹ ਇਹ ਕਹਿੰਦੀ ਹੈ ਵੀ ਪੇਸ਼ੈਂਟ ਨੂੰ ਆਰਟੀਫਿਸ਼ਲ ਮਸਾਜ ਦਿਓ ਕਿਉਂਕਿ ਉਹ ਖਾਂਸੀ ਕਰਨ ਦੇ ਲਾਇਕ ਹੀ ਨਹੀਂ ਰਹਿੰਦਾ ਵਿਚਾਰਾ। ਠੀਕ ਹੈ ਨਾ, ਸੋ ਆਰਟੀਫਿਸ਼ਲ ਮਸਾਜ 15 ਉਹਨੂੰ ਜਿਹੜਾ ਉਹ ਪੁਸ਼ ਦੇਣੇ ਆ 2 ਵਾਰੀ ਉਹਨੂੰ ਆਰਟੀਫਿਸ਼ਲ ਜਿਹੜੀ ਅਸੀਂ ਬਰੀਥਿੰਗ ਦੇਣੀ ਹੈ। ਸੋ ਕਹਿਣ ਦਾ ਮੇਰਾ ਮੁੱਦਾ ਹੈ ਵੀ ਉਹ 'ਚ ਕੁਛ ਸੱਚਾਈ ਤਾਂ ਹੈਗੀ ਆ ਪਰ ਕੁਛ ਜਿਹੜਾ ਉਹ ਲਾਗੂ ਨਹੀਂ ਹੁੰਦਾ ਨਾਰਮਲ ਹਰ ਕੇਸ ਤੇ ਲਾਗੂ ਨਹੀਂ ਡਾਕਟਰ ਸਾਹਿਬ ਜਿਵੇਂ ਪੇਸ਼ੈਂਟ ਦੀ ਗੱਲ ਕਰੀਏ ਜਿਵੇਂ ਪੇਸ਼ੈਂਟ 24 ਆਵਰਸ ਕੋਈ ਵੀ ਸਾਨੂੰ ਫੋਨ ਕਰੇਗਾ ਵੀ ਸਾਨੂੰ ਕੋਈ ਸੁਵਿਧਾ ਦੀ ਜ਼ਰੂਰਤ ਆ ਅਸੀਂ ਐਂਬੂਲੈਂਸ ਪ੍ਰੋਵਾਈਡ ਕਰਾਂਗੇ ਨੋ ਡਾਊਟ ਅਸੀਂ ਐਂਬੂਲੈਂਸ ਪ੍ਰੋਵਾਈਡ ਕਰਾਂਗੇ। ਤੇ ਸਰ ਜਿਹੜਾ ਪੇਸ਼ੈਂਟ ਆਂਦਾ ਸੈਟੀਸਫਾਈਡ ਹੋ ਕੇ ਜਾਂਦਾ ਤੁਹਾਡਾ 100% ਸੈਟੀਸਫਾਈਡ ਹੋ ਕੇ ਜਾਂਦਾ ਜੀ ਬਿਲਕੁਲ 100% ਸੈਟੀਸਫਾਈਡ ਹੋ ਕੇ ਜਾਂਦਾ ਚਾਹੇ ਉਹ ਕੈਸ਼ਲੈਸ ਹੈ ਚਾਹੇ ਉਹ ਕੈਸ਼ ਦਾ ਟ੍ਰੀਟਮੈਂਟ ਆ ਅਸੀਂ ਆਪਣੇ ਤਨੋਂ ਮਨੋਂ ਜਿਹੜੀ ਆ ਪੂਰੀ ਮਾਨਵਤਾ ਨਾਲ ਸੇਵਾ ਕਰਦੇ ਹਾਂ ਔਰ ਪੇਸ਼ੈਂਟ ਖੁਸ਼ੀ ਜਾਂਦੇ।
ਸਰ ਜਿਹੜੇ ਕਾਰਡਿਕ ਪੇਸ਼ੈਂਟ ਹੈ ਜੀ। ਉਹਨਾਂ ਦੇ ਸਟੰਟ ਦੀ ਕੀ ਕੋਸਟ ਪੈਂਦੀ ਹੈ ਇੱਥੇ? ਦੇਖੋ ਸਾਡੇ ਜਿਹੜੇ ਚਾਰजेस ਆ ਬਹੁਤ ਨੋਮੀਨਲ ਚਾਰजेस ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਇੰਡੀਅਨ ਗਵਰਨਮੈਂਟ ਨੇ ਕੈਪਿੰਗ ਕੀਤੀ ਹੋਈ ਆ। ਸਟੈਂਟ ਦੀ ਕਾਸਟ ਫਿਕਸਡ ਹੈ, ਪ੍ਰੋਸੀਜਰ ਚਾਰजेस ਵੇਰੀ ਕਰਦੇ ਆ। ਸਾਡੇ ਪ੍ਰੋਸੀਜਰ ਚਾਰजेस ਐਟ ਪਾਰ ਵਿਦ ਦੀ ਇੰਟਰਨੈਸ਼ਨਲ ਨੈਸ਼ਨਲ ਸਟੈਂਡਰਡਸ ਨੇ। ਤੁਸੀਂ ਅਗਰ ਦਿੱਲੀ ਪਤਾ ਕਰਦੇ ਹੋ, ਚੰਡੀਗੜ੍ਹ ਪਤਾ ਕਰਦੇ ਹੋ, ਫੋਰਟਿਸ ਪਤਾ ਕਰਦੇ ਹੋ, ਅੰਮ੍ਰਿਤਸਰ ਕਿਸੇ ਸੈਂਟਰ, ਉਸ ਤੋਂ ਘੱਟ ਹੀ ਹੋਣਗੇ ਵਿਦ ਸਟੈਂਡਰਡ ਨੈਸ਼ਨਲ ਐਂਡ ਇੰਟਰਨੈਸ਼ਨਲ ਗਾਈਡਲਾਈਨਸ। ਸੁਵਿਧਾ ਨੈਸ਼ਨਲ ਇੰਟਰਨੈਸ਼ਨਲ ਹੈ, ਪ੍ਰਾਈजेस ਸਾਡੇ ਬਹੁਤ ਨੋਮੀਨਲ ਹੈ। ਠੀਕ ਹੈ, ਥੈਂਕ ਯੂ ਸਰ। ਥੈਂਕ ਯੂ।